ਉਹ ਪ੍ਰਕਾਸ਼ਕ ਹੋ ਕੇ ਸਾਰਿਆਂ ਦੇ ਵਿੱਚ ਆਪ ਹੀ ਬੈਠਾ, ਸਾਰਿਆਂ ਦੇ ਅੰਦਰ ਵੀ ਆਪਣੇ ਤੇ ਸਾਰਿਆਂ ਦੇ ਬਾਹਰ ਵੀ ਹੈ। ਜੀਵ ਰੂਪ ਵੀ ਹੈ, ਈਸ਼ਰ ਰੂਪ ਵੀ ਹੈ ਤੇ ਸ਼ੁੱਧ ਰੂਪ ਵੀ ਉਹ ਆਪ ਹੀ ਹੈ। ਇਸ ਕਰਕੇ ਇਹਦਾ ਇੰਨੇ ਦਾ ਹੀ ਭਾਵ ਇੰਨਾ ਬਣਦਾ ਕਿ ਆਪੇ ਆਪ ਨਿਰੰਜਨ ਸੋਏ। ਉਹ ਆਪੇ ਆਪ ਦਾ ਭਾਵ ਹੈ ਕਿ ਆਪੇ ਆਪ ਹੀ ਸਾਰਿਆਂ ਦੇ ਵਿੱਚ ਬੈਠਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਵਰਤਦਾ ਹੈ, ਆਪ ਹੀ ਸ਼ੁੱਧ ਰੂਪ ਹੋ ਕੇ ਬੈਠਾ ਅੰਦਰ। ਹੁਣ ਸ਼ੁੱਧ ਰੂਪ ਇਉਂ ਬੈਠਾ ਹੋ ਕੇ ਜਿਵੇਂ ਇੱਕ ਘੜੇ ਵਿੱਚ ਪਾਣੀ, ਇੱਕ ਨਦੀ ਵਿੱਚ ਪਾਣੀ, ਇੱਕ ਸਮੁੰਦਰ ਵਿੱਚ ਪਾਣੀ। ਹੁਣ ਘੜੇ ਵਿੱਚ ਵੀ ਪਾਣੀ ਉਹੀ ਹੈ, ਨਹਿਰ ਵਿੱਚ ਨਦੀ ਵਿੱਚ ਵੀ ਉਹੀ ਪਾਣੀ ਹੈ, ਸਮੁੰਦਰ ਵਿੱਚ ਵੀ ਉਹੀ ਪਾਣੀ ਹੈ। ਸਮੁੰਦਰ ਹੈਗਾ ਬ੍ਰਹਮ, ਨਦੀ ਹੈਗੀ ਈਸ਼ਰ ਤੇ ਘੜਾ ਹੈਗਾ ਜੀਵ। ਹੁਣ ਇਹਨਾਂ ਤਿੰਨਾਂ ਦਾ ਆਪਾਂ ਛੋਟਾ ਵੱਡਾ ਨਾ ਗਿਣੋ, ਨਾ ਗਿਣੋ ਕਿ ਘੜਾ ਬਹੁਤ ਛੋਟਾ, ਨਦੀ ਸਮੁੰਦਰ ਤੋਂ ਬਹੁਤ ਛੋਟੀ ਹੈ, ਸਮੁੰਦਰ ਬਹੁਤ ਵੱਡਾ ਹੈ। ਮਹਾਰਾਜ ਕਹਿੰਦੇ ਇਹ ਤਿੰਨਾਂ ਦਾ ਜਲ ਰੂਪ ਅੰਸ਼ ਲੈ ਲਓ। ਘੜੇ ਵਿੱਚ ਵੀ ਪਾਣੀ, ਨਦੀ ਵਿੱਚ ਵੀ ਪਾਣੀ ਤੇ ਸਮੁੰਦਰ ਵਿੱਚ ਵੀ ਪਾਣੀ। ਇਸੇ ਤਰ੍ਹਾਂ ਹੀ ਜੀਵਾਂ ਦੇ ਵਿੱਚ ਵੀ ਵਾਹਿਗੁਰੂ, ਈਸ਼ਰ ਦੇ ਵਿੱਚ ਵੀ ਵਾਹਿਗੁਰੂ ਤੇ ਆਪ ਵੀ ਹੈ ਉਹ ਵਾਹਿਗੁਰੂ ਨਿਰਗੁਣ ਰੂਪ ਦੇ ਵਿੱਚ। ਇਸ ਕਰਕੇ ਮਹਾਰਾਜ ਕਹਿੰਦੇ ਨੇ ਆਪੇ ਆਪ ਨਿਰੰਜਨ ਸੋਏ। ਉਹ ਜੋ ਨਿਰੰਜਨ ਅਕਾਲ ਪੁਰਖ ਵਾਹਿਗੁਰੂ ਆ, ਆਪੇ ਆਪ ਹੀ ਹੈ ਸਾਰਾ ਕੁਝ। ਇਹਦਾ ਮਤਲਬ ਕੀ ਆ? ਆਲ ਇਨ ਆਲ। ਕਿਉਂ? ਸਾਰਾ ਕੁਝ ਆਪ ਹੀ ਹੈ। ਜਿਵੇਂ ਕਈ ਵਾਰ ਅਖਬਾਰਾਂ 'ਚ ਆਉਂਦਾ ਵੀ ਕਿਸੇ ਬੜੀ ਦੂਰ ਦੁਰਾਡੇ ਪੇਂਡੂ ਸਕੂਲ ਦੇ ਵਿੱਚ ਪ੍ਰਿੰਸੀਪਲ ਵੀ ਨਹੀਂ ਆਉਂਦਾ, ਮਾਸਟਰ ਵੀ ਨਹੀਂ ਆਉਂਦਾ। ਉੱਥੇ ਕੌਣ ਹੈ? ਕਹਿੰਦੇ ਇੱਕ ਚਪੜਾਸੀ ਹੈ। ਉਹ ਚਪੜਾਸੀ ਉਹ ਪ੍ਰਿੰਸੀਪਲ ਦੇ ਸਾਈਨ ਕਰ ਹੁੰਦਾ, ਉਹੀ ਮਾਸਟਰ ਦੇ ਸਾਈਨ ਕਰ ਛੱਡਦਾ, ਉਹੀ ਮਾੜੀ ਮੋਟੀ ਉਹ ਵੀ 8-10 ਪੜ੍ਹਿਆ ਹੋਇਆ ਉਹ ਕਲਾਸਾਂ ਲਾ ਲੈਂਦਾ। ਪ੍ਰਾਇਮਰੀ ਸਕੂਲ ਹੈ, ਹੈਡ ਮਾਸਟਰ ਵੀ ਆਪ ਹੀ ਬਣ ਜਾਂਦਾ, ਉਹ ਵੀ ਆਪੇ ਆਪ ਹੀ ਬਣਿਆ ਹੋਇਆ ਉੱਥੇ ਸਾਰਾ ਕੁਝ। ਬ੍ਰਹਮ ਵੀ ਸਾਰਾ ਕੁਝ ਆਪੇ ਹੀ ਹੈ, ਕਥਾ ਵੀ ਆਪੇ ਕਰੀ ਜਾਂਦਾ। ਸੁਣ ਤੁਹਾਡੇ ਵਿੱਚ ਵੀ ਆਪੇ ਬੈਠ ਕੇ ਸੁਣੀ ਜਾਂਦੇ, ਤੁਸੀਂ ਹਾਂ ਹਾਂ ਕਰੀ ਜਾਂਦੇ ਹੋ। ਮੈਂ ਕਹਿੰਦਾ ਮੈਂ ਕਥਾ ਕਰ ਰਿਹਾ ਤੇ ਤੁਸੀਂ ਸੁਣੀ ਜਾਂਦੇ ਹੋ। ਆਪਾਂ ਨੂੰ ਭੁਲੇਖਾ ਕਿ ਮੈਂ ਕਰਦਾ, ਤੁਹਾਨੂੰ ਭੁਲੇਖਾ ਮੈਂ ਸੁਣਦਾ। ਸਾਨੂੰ ਸਭ ਨੂੰ ਭੁਲੇਖਾ ਪਾਈ ਬੈਠਾ। ਉਹ ਕਰੀ ਜਾਂਦਾ ਆਪ ਹੀ ਸਾਰਾ ਕੁਝ, ਨਾ ਮੈਂ ਕਰਦਾ ਨਾ ਤੁਸੀਂ ਕਰਦੇ ਹੋ ਕੁਝ। ਆਪਾਂ ਮਿੱਟੀ ਦੇ ਪੁਤਲੇ ਹਾਂ, ਮਿੱਟੀ ਦੇ ਪੁਤਲੇ ਵਿਚਾਰੇ ਨੇ ਕੀ ਕਰਨਾ? ਬ੍ਰਹਮ ਦੀ ਚੇਤਨ ਸੱਤਾ ਹੀ ਆਪਾਂ ਤੋਂ ਸਾਰਾ ਕੰਮ ਕਰਵਾ ਰਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉਹ ਇਸ ਕਰਕੇ ਉਹ ਨਿਰੰਜਨ ਸ਼ੁੱਧ ਪਰਮੇਸ਼ਰ ਸਾਰੇ ਕਿਤੇ ਵਿਆਪਕ ਰੂਪ ਹੋ ਕੇ, ਇਸੇ ਕਰਕੇ ਤਾਂ ਉਹ ਹੈ ਨਿਰਭਉ। ਉਹ ਨਿਰਭਉ ਇਸੇ ਕਰਕੇ ਹੀ ਆ ਕਿ ਉਹ ਜੀਵ ਦੇ ਵਿੱਚ ਵੀ ਆਪ ਹੀ ਬੈਠਾ, ਈਸ਼ਰ ਵਿੱਚ ਵੀ ਆਪ ਹੀ ਬੈਠਾ, ਸਰਗੁਣ ਵਿੱਚ ਵੀ ਆਪ ਹੀ ਬੈਠਾ, ਨਿਰਗੁਣ ਵਿੱਚ ਵੀ ਆਪ ਹੀ ਬੈਠਾ। ਹੁਣ ਲੜਾਈ ਕਿਹਦੇ ਨਾਲ ਹੋਣੀ ਇਹਨਾਂ ਦੀ? ਨਿਰਵੈਰ ਵੀ ਇਸੇ ਕਰਕੇ ਹੀ ਆ ਕਿਉਂਕਿ ਨਿਰਵੈਰ ਵੈਰ ਕਿਹਦੇ ਨਾਲ ਕਰਨਾ? ਜਦੋਂ ਮੈਂ ਵੀ ਤੁਹਾਡੇ 'ਚ ਬੈਠਾ, ਤੁਸੀਂ ਮੇਰੇ 'ਚ ਬੈਠੇ ਹੋ। ਹੁਣ ਲੜਨਾ ਕਿਹਦੇ ਨਾਲ ਹੈ? ਜਦੋਂ ਐਸੀ ਅਵਸਥਾ ਪਹੁੰਚ ਗਈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਨਾ ਕੋ ਬੈਰੀ ਨਾਹਿ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਸੋ ਜਿਵੇਂ ਬਾਬਾ ਗੁਰੂ ਅਰਜਨ ਸਿੰਘ ਜੀ ਖਾਲਸਾ ਇਉਂ ਪਲੰਘ ਦੇ ਉੱਤੇ ਬੈਠੇ ਸਿੰਘਾਂ ਦਾ ਭਜਨ ਕਰਦੇ ਨੇ, ਅਚਾਨਕ ਇਉਂ ਹਵਾ ਦੇ ਵਿੱਚੋਂ ਇੱਕ ਮਹਾਤਮਾ ਪ੍ਰਗਟ ਹੋ ਗਿਆ। ਮਹਾਂਪੁਰਸ਼ ਜਲਦੀ ਨਾਲ ਉੱਠ ਕੇ ਕਾਹਲੀ ਨਾਲ ਖੜੇ ਹੋਏ, ਕਹਿੰਦੇ ਲਿਆਓ ਪਲੰਘ ਲਿਆਓ, ਜਲਦੀ ਕਰੋ। ਪਲੰਘ ਵਿਛਾਇਆ, ਉਹਨਾਂ ਨੂੰ ਬਿਠਾਇਆ। ਕਹਿੰਦੇ ਮਹਾਰਾਜ ਮੈਨੂੰ ਹੁਕਮ ਕਰਦੇ, ਮੈਂ ਆ ਜਾਂਦਾ ਉੱਥੇ, ਤੁਸੀਂ ਕਿਉਂ ਆਏ? ਖੇਚਲ ਕੀਤੀ। ਕਹਿੰਦੇ ਨਹੀਂ, ਮੇਰੇ ਮਨ ਤਾਂ ਅੱਜ ਨਾ ਇੱਕ ਸੰਕਲਪ ਆਇਆ ਬੈਠੇ ਨੇ। ਕਹਿੰਦੇ ਕੀ ਆਇਆ? ਕਹਿੰਦੇ ਗੁਰਬਚਨ ਸਿੰਘ ਤੂੰ ਬ੍ਰਹਮ ਗਿਆਨ 'ਚ ਚਲਿਆ ਗਿਆ। ਆਹ ਸਾਹਮਣੇ ਜਿਹੜੇ ਜੀਵ ਬੈਠੇ ਨੇ ਇਹ ਬ੍ਰਹਮ ਰੂਪ ਨੇ, ਇਹਨਾਂ ਵਿੱਚ ਵੀ ਤੈਨੂੰ ਬ੍ਰਹਮ ਹੀ ਦਿਖਦਾ ਤੇ ਤੂੰ ਆਪ ਵੀ ਬ੍ਰਹਮ ਗਿਆਨੀ ਹੈ ਤੇ ਸਰਬ ਵਿਆਪਕ ਬ੍ਰਹਮ ਹੈ। ਆਹ ਜਿਹੜੀ ਤੂੰ ਕਥਾ ਕਰਕੇ ਸੁਣਾਉਣਾ, ਇਹ ਕੀ ਸੁਣਾਉਣਾ? ਬ੍ਰਹਮ ਨੂੰ ਬ੍ਰਹਮ ਉਪਦੇਸ਼ ਨਹੀਂ ਨਾ ਕਰ ਸਕਦਾ, ਤੈਨੂੰ ਤਾਂ ਇਹਨਾਂ 'ਚ ਬ੍ਰਹਮ ਨਹੀਂ ਦਿਖਦਾ ਸਾਰਿਆਂ 'ਚ। ਉਸ ਵਕਤ ਮਹਾਂਪੁਰਸ਼ ਕਹਿੰਦੇ ਤੁਹਾਨੂੰ ਮਹਾਂਪੁਰਸ਼ੋ ਇੰਨਾ ਵੀ ਤਾਂ ਪਤਾ ਨਾ, ਬ੍ਰਹਮ ਗਿਆਨੀ ਦੇ ਅਧੀਨ ਅਗਿਆਨ ਵੀ ਹੁੰਦਾ। ਮੈਂ ਅਗਿਆਨ ਦੀ ਅੰਸ਼ ਨੂੰ ਗ੍ਰਹਿਣ ਕਰਕੇ ਆਪਣੇ ਆਪ ਤੇ ਪਰਦਾ ਪਾ ਕੇ ਫਿਰ ਇਹਨਾਂ ਨੂੰ ਉਪਦੇਸ਼ ਕਰਦਾ। ਕਿਵੇਂ? ਜਿਵੇਂ ਇੱਕ ਬੰਦੇ ਨੇ ਕੋਈ ਐਮ.ਐਡ ਪੜ੍ਹਿਆ ਹੋਇਆ ਬੰਦਾ, ਉਸ ਬੰਦੇ ਨੂੰ ਸਾਰਾ ਗਿਆਨ ਹੈ, ਚਾਹੇ ਉਹ ਪੰਜਾਬੀ ਦੀ ਐਮ.ਏ ਕੀਤੀ, ਫਿਰ ਐਮ.ਐਡ ਕਰ ਲਈ, ਉਹਨੇ ਟੀਚਰ ਲੱਗ ਗਿਆ।
नौकरियां नहीं मिलदियां, चलो प्राइमरी स्कूल च ही सही, ब्लैक बोर्ड के अगे चाक फड़ के खड़ा हो गया, वो चौक लैके कहना ऊड़ा ऐड़ा ईड़ी सस्सा हाहा लिख दिता उन्हें। पर उस बंदे नूं की लोड़ है ऊड़ा ऐड़ा ईड़ी सस्सा हाहा लिखण दी, जिहड़ा बंदा MA कर चुकिया पंजाबी दी, MEd कीती हुई, ते तैनूं लिखण दी की लोड़ जे उहनूं कोई पुछे। वो कहना मैं अपने लिए नहीं, मैं आ जिहड़े क्लास है ना मेरी, इहनूं हले ऊड़ा आड़ा आउंदा नहीं, इहदे वास्ते लिख रहा। उत्थे वो अपने ज्ञान नूं भुल के अज्ञान विच आके ऊड़ा ऐड़ा लिखदा। वास्तविकता ਉਹਦਾ ज्ञान तो बहुत वड्डा हुंदा, इसे प्रकार ब्रह्म ज्ञानी का ज्ञान तो बहुत वड्डा हुंदा, फिर भी अपने आप नूं छोटा बना के इन्हां जीवां नूं सिक्ख्या देण वास्ते आप छोटा बन के उन्हां नूं उपदेश करदा। ब्रह्म ने भी यही कीता, ब्रह्म परमेश्वर ने सानू सिक्ख्या देण लई गुरु नानक रूप हो के इत्थे अवतार धारिया सृष्टि ते, सधारण तौर ते साडे वांगू ही विचर के आके पूरी मर्यादा नूं निभा के 10 ਸਰੂਪਾਂ ਦੇ ਵਿੱਚ फिर गुरु ग्रंथ साहिब की रचना करके अमृत छका के खंडे बाटे का तैयार करके फिर अलोप हो गए ब्रह्म। फिर सानू अपनी धुर की बाणी बख्शिश की है। इस करके महाराज कहने आपे आप ही है सारा कुछ। जिन सेविया तिन पाया मान, जिन्हां ने उस ब्रह्म की सेवा की, सेविया का भाव पहला भी सुन चुके हैं आपां, जिन्हां ने उन्होंने सेविया है, चिंतन किया है, उहदा भजन किया है, उन्होंने मान आदर सत्कार प्राप्त किया है। इत्थे गल नहीं मुक जाती मान आदर ते ही, मम्मा मान ये आपां नियम पहला भी जान चुके हैं कि जिन्ने भी अखर मुक्ते हुंदे ने पहले उन्हां विचों ऐड़ा निकलदा, सिहारी विचों ईड़ी निकलदी है, औंकड़ किते लग्या होवे वो चूड़ा कढ लईदा अपने आप ही। महाराज कहने इत्थे ही गल नहीं मुकनी कि मान प्राप्त कर लिया सिद्धो, मान का मतलब तो हंकार भी हुंदा। देखो एक मान वो है जिहड़ा दुनियावी है, दुनियावी मान बंदे नूं मिल जाए, अहुदा मिल जाए, उच्ची पदवी मिल जाए, वो बंदे दा दिमाग होर ही तरह का हो जाता, अन्ना बोला हो जाता, हंकारी हो जाता। दो प्रकार का मान है, एक ब्रह्म वालों मान मिलता शुद्ध मान, एक माया वालों मान मिलता वो मैला मान हुंदा। दो प्रकार का मान है। इस मान दे मम्मे विचों ऐड़ा कढ के असीं अपने प्रेमी नूं अमान बनाउने हैं। अमान मान तो रहत निम्रता वाला, किवें बहुत उच्चा जाके भी मेरा गुरसिख नीवा ही रहिंदा, जिन्नी मर्जी उच्ची अवस्था का मालक बन जाए तां भी उन्हें निम्रता विच ही रहना है। इस मान दे विच ही अमान लुकिया होया। दुनियावी तौर पर आप जिन्ने काम करते हैं संसार विच, जिन्हों माड़ा जा किते गोल्ड मैडल मिल जाए, कोई चक्कर मिल जाए, कोई होर अहुदा मिल जाए, ਉਹਦੇ अंदर हंकार का वाधा हो जाता। पर मेरे कोल जदों गुरसिख आके सेवा करता है, सिमरन करता है, तो मैं उन्होंने अमान बनाउणा, निम्रता सहित निरहंकार करके उस बंदे का मान लोक अते परलोक विच करवा के हंकार तो रहत कर दिंदा। उस बाबा लहणा जी नूं जिवें कीता सी आप जी ने, मुर्दा भी खाण नूं कहता, मुर्दा भी खा, ते नाले मान भी दे दिता, दोनों ही कर्म करते हैं। इस करके महाराज कहते भाई जिन सेविया तिन पाया मान, उन्होंने असी सच्चा मान बख्शिश करते हैं, हंकार तो रहत कर देंगे हाँ। सो जिन्हों ने विधि पक्ष द्वारा सेविया है, विधि पक्ष द्वारा जिन्हों ने उसकी सेवा की है, जिन सेविया तिन पाया मान, उन्होंने उसका मनन ज्ञान प्राप्त किया है। विधि पक्ष वाले मनन ज्ञान के राही परमेश्वर की प्राप्ति करते हैं। वो 6 प्रमाणों राही अकाल पुरख नूं मनते हैं। विधि पक्ष वाले वो किवें जी, कहते वो इउं मनते हैं जिवें पहला प्रमाण है प्रतक्ष प्रमाण। प्रतक्ष प्रमाण दे विच आपां यही कह सकते हैं कि इहो विस संसार तुम देखदे, इहो हर का रूप है, हर रूप नदरी आया। ये प्रतक्ष प्रमाण नहीं तो होर की है। इहो जग सच्चे की है, कोठड़ी सच्चे का विच वास।
यही प्रतख प्रमाण है। प्रतख प्रमाण इदों उत्ते होर की दईए? तुहानूं क्या दुनिया तुरी फिरदी है, गल्लां बातां करदी बोलदे उठदे ने, सृष्टि वध रही है, ये बिना चेतन सत्ता तो नहीं वध रही है, चेतन सत्ता करके ही वध रही है। सो जिस परमात्मा की चेतन सत्ता करके सारा कुछ हो रहा, आपां जान रहे हैं, हथ पैर हिल रहे ने, बंदा गल्लां बातां कर रहा है, पंछी उड़े फिरदे ने, दरख्तां दीयां कुरुंबलां फुटदियां, फुੱਲ लगते हैं, फिर फल लगते हैं, फलों में मिठा कौन भरदा? ये चेतन सत्ता ही तो है। प्रतख प्रमाण वाले हों विधि पक्ष राही 6 विधियां राही उसनूं जानन दा मनन ज्ञान प्राप्त करते हैं। फिर उन्हां दे कोल पहला प्रतख प्रमाण आ गया। हुण वो की करते हैं? अनुमान प्रमाण लाउंदे ने, अनुमान लाउणा इस तरह। सो जिवें कहंदे ने जिथे धुआं निकलदा होवे उत्थे अग्नि का अनुमान लाया जाता, रसोई विच जां बाहर किते जिथे भी किते धुआं देखांगे उत्थे आपां अग का अनुमान लाउने आ। इहदे नाल नाल आपां फिर अनुमान लाउने हरेक चीज़ का ही। किस तरह? जिस प्रकार आपां ये अनुमान लाउने हैं कि आ जिहड़े सितारे ने आसमान दे विच, चंद्रमा है, सूरज है, सृष्टि है, ये किहने बनाई है? ये अनुमान लाउने आपां। इहदा मतलब वो है, इहदे पिछे कोई चेतन सत्ता काम करदी। सो जिवें नास्तिक मुल्कां वालियां ने भी ये गल कह दित्ती, रब नूं सिद्धा तां नहीं मनदे हो, पर उन्होंने अपनी स्टडी दौरान ये गल कही, कहंदे जिहड़ा परमेश्वर आ वो तां नहीं असीं मनदे भी हैगा, वो नहीं मनदे असीं। एक गल जरूर मानते हैं कि आ जिहड़े पहाड़ ने, दरख्त ने, धरतियां ने, तारे, चंद्रमा, इन्हां दे पिछे कोई अदिख शक्ति काम कर रहे हैं। वैसे असीं रब नूं नहीं मनदे, वो ये कहंदे ने। रब दे प्यारे जिहड़े ने विधि पक्ष वाले वो अनुमान लाउंदे ने, क्योंकि जिवें एक छोटे तो छोटा मकान है बनिया होया, ਉਹਦਾ अनुमान लग जाता भी ये जरूर मिस्त्री ने बनाया होवेगा। इसे प्रकार सारी सृष्टि नूं देख के अनुमान लग जाता है कि आ जिन्ना कुछ बनया होया है, कुदरत दिसा है, कुदरत सुनिया है, कुदरत भौ सुखसार, कुदरत पाताली आकाशी, कुदरत सर्वाकार, ये सारा कुछ कुदरत ने बनाया। पर कुदरत किहने बनाई है? कादर ने, इउं वाहिगुरू दा अंदाजा ला लैंदे ने। फिर तीसरा प्रमाण उन्हां दा हुंदा उपमान प्रमाण, उपमा देनी। तो जिवें किसी नूं उपमा देईए आपां, परमेश्वर नूं आपां ज़्यादातर उपमा ये दिंदे आ कि बई जिवें सूरज है, सूरज प्रकाशमान है, धरती ते प्रकाश करदा है, सूरज आसमान विच है, सूरज आप निर्लेप रहिंदा है, पर धरती उत्ते गंदगी उत्ते भी उहदी धुप पैंदी है, फुल्लां उत्ते भी धुप पैंदी है, पानी उत्ते भी हरेक थां दे उत्ते उहदी धुप पैंदी है। आपां सूरज का प्रमाण दिंदे आ। इस प्रकार कहंदे ने कि वो जिहड़ा है वाहिगुरू उहनूं उपमान प्रमाण दे के सिद्ध करना। जिवें आकाश दे द्वारा भी आपां प्रमाण दिंदे आ। आकाश वास्तव विच जड़ रूप है, बेजान है, आकाश एक जगह ही खड़ा है बस, पर प्रमाण दिंदे कि जिवें आकाश व्यापक है इस तरह परमेश्वर भी व्यापक है। इउं जदों आपां आकाश का प्रमाण दिंदे हैं, वाहिगुरू व्यापक है पर चेतन है, हिलन जुलण की शक्ति है उहदे च। आकाश व्यापक है पर चेतन नहीं है, इस हिलन जुलण की शक्ति नहीं है। इस प्रकार वो उपमान प्रमाण द्वारा प्रमाण दिंदे ने, प्रमाण दे के परमेश्वर नूं सिद्ध करन दा यतन करदे ने। ये तां 6 पक्ष विधि पक्ष वालियां दे होणगे, 3 पक्ष ही होए ने हले, बाकी दे 3 कल नूं सुणांगे। फिर निखेध पक्ष वाले 6 पक्षां राहीं अपना पक्ष रखणगे, फिर मन्नण ज्ञान वाले अपना पक्ष रखणगे। वो सारियां दा ज्ञान आपां पहलां लवांगे, फिर आपां नूं इन्ना क पता लगेगा कि मन्नणा की हुंदा। ये मन्नण उत्ते ही अपना इन्ना विचार हो जाएगा। सो कोई लोग तां परमेश्वर नूं इउं सिद्ध करदे ने जिवें आपां हुण 3 प्रमाणां विच सुण लिया, कोई दूसरे पक्ष राहीं सिद्ध करदे ने, ये भी उहदी सेवा ही है। इन्हां ने जिन्हां ने विधि पक्ष राहीं उहदी सेवा कीती है
ਉਹਨਾਂ ਨੇ ਵੀ ਮੰਨਣ ਗਿਆਨ ਦੀ ਪ੍ਰਾਪਤੀ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕੀਤੀ ਹੈ। ਸੋ ਇਸ ਤਰ੍ਹਾਂ ਮਹਾਰਾਜ ਜੀ ਇਹ ਸਿੱਧਾਂ ਨਾਲ ਵਿਚਾਰ ਕਰ ਰਹੇ ਨੇ। ਗੁਰਸਿੱਖਾਂ ਨੂੰ ਵੀ ਇਹੀ ਵਿਚਾਰ ਸੁਣਾਈ ਹੈ ਗੁਰੂ ਨਾਨਕ ਦੇਵ ਮਹਾਰਾਜ ਨੇ ਜਿੱਥੇ ਵੀ, ਕਿਉਂ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਅਰਥ ਖੁਦ ਵੀ ਕੀਤੇ ਨੇ, ਖੁਦ ਹੀ ਤਾਂ ਅਰਥ ਕਰਕੇ ਸੁਣਾ ਰਹੇ ਨੇ ਸਾਰਿਆਂ ਨੂੰ। ਜੇ ਗੁਰੂ ਨਾਨਕ ਦੇਵ ਜੀ ਇਹਦੇ ਭਾਵ ਨੂੰ ਨਾ ਖੋਲ੍ਹਦੇ ਤਾਂ ਇਹ ਕਿਸੇ ਨੂੰ ਗਿਆਨ ਹੋ ਹੀ ਨਹੀਂ ਸੀ ਸਕਣਾ। ਸੋ ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਭਾਈ ਇਹ ਜਿਹੜਾ ਜਪਜੀ ਸਾਹਿਬ ਹੈ ਨਾ, ਇਹ ਬ੍ਰਹਮ ਗਿਆਨ ਦੀ ਦਾਤ ਦਿੰਦਾ ਹੈ। ਜਿਹੜਾ ਜਪਜੀ ਸਾਹਿਬ ਦਾ ਪਾਠ ਰੋਜ਼ ਕਰੀ ਜਾਏ ਨਾ, ਜ਼ਿਆਦਾ ਤੋਂ ਜ਼ਿਆਦਾ ਬ੍ਰਹਮ ਗਿਆਨ ਤੱਕ ਜੀਵ ਨੂੰ, ਕਿਉਂ ਜਪਜੀ ਸਾਹਿਬ ਦਾ ਖੁਦੇ ਲਿਖਿਆ ਹੋਇਆ ਕਰਮਖੰਡ, ਧਰਮਖੰਡ, ਸਰਮਖੰਡ, ਆ ਫਿਰ ਸੱਚਖੰਡ, ਇੰਨੀਆਂ ਖੰਡਾਂ ਤੱਕ ਤਾਂ ਲੈ ਜਾਂਦਾ ਜਪਜੀ ਸਾਹਿਬ। ਇਦੋਂ ਗਾਹਾਂ ਹੋਰ ਕੀ ਚਾਹੀਦਾ ਆਪਾਂ ਨੂੰ। ਸੋ ਸਤਿਗੁਰੂ ਮਹਾਰਾਜ ਕਹਿੰਦੇ ਉਹ ਬਾਣੀ ਪੜ੍ਹਦਿਆਂ ਪੜ੍ਹਦਿਆਂ ਹੌਲੀ 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 ਜੀਵ ਸੱਚਖੰਡ ਤੱਕ ਆਪਣੇ ਆਪ ਹੀ ਚਲਿਆ ਜਾਂਦਾ ਹੈ। ਵਾਹਿਗੁਰੂ 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 ਵਾਹਿਗੁਰੂ। ਜੀ ਮਹਾਰਾਜ ਸ਼ਰਵਣ ਕਰ ਰਹੇ ਹਾਂ ਜਪਜੀ ਸਾਹਿਬ ਦੇ 5ਵੀਂ ਪੌੜੀ ਦੇ ਵਿੱਚ। ਸੋ ਪ੍ਰਮਾਣ ਨੇ ਕੁਛ, ਜਿਨ੍ਹਾਂ ਪ੍ਰਮਾਣਾਂ ਦੁਆਰਾ ਜਿਨ ਸੇਵਿਆ, ਕਿਸੇ ਨੇ ਕਿਵੇਂ ਉਹਨੂੰ ਸੇਵਾ ਕੀਤੀ, ਕਿਸੇ ਨੇ ਕਿਵੇਂ ਸੇਵਾ ਕੀਤੀ ਹੈ। ਵਿਧੀ ਪੱਖ ਦੇ ਪ੍ਰਮਾਣ ਨੇ 6। ਕਈ ਚੀਜ਼ਾਂ ਭਾਵੇਂ ਆਪ ਜੀ ਲਈ ਨਵੀਆਂ ਸੰਗਤ ਵਾਸਤੇ, ਐਸੀਆਂ ਚੀਜ਼ਾਂ ਜਿਹੜੀਆਂ ਉਹ ਵਿਦਵਾਨ ਛੱਡ ਹੀ ਗਏ ਲਗਭਗ, ਕਿਉਂਕਿ ਉਹ ਕਹਿੰਦੇ ਨੇ ਇੱਕ ਤੇ ਆਪਣਾ ਦਿਮਾਗ ਖਪਾਓ, ਬਹੁਤ ਜ਼ੋਰ ਲੱਗਦਾ ਇਹਨਾਂ ਚੀਜ਼ਾਂ ਤੇ, ਦਿਮਾਗ ਥੱਕ ਜਾਂਦਾ। ਵੀ ਇੱਕ ਜਿਹੜੇ ਸਾਹਮਣੇ ਬੈਠੇ ਆ ਉਹ ਕਹਿੰਦੇ ਕਲਾਸੀਕਲ ਰਾਗ ਵਾਲਿਆਂ ਵਾਂਗੂ, ਜੇ ਕਲਾਸੀਕਲ ਗਾਉਣ ਲੱਗ ਜੇ ਕੋਈ ਰਾਗ, ਲੋਕ ਉੱਠ ਕੇ ਤੁਰਨੇ ਸ਼ੁਰੂ ਹੋ ਜਾਂਦੇ ਵੀ ਇਹ ਤਾਂ ਬੜਾ ਔਖਾ ਹੈ। ਸਿੱਧੀਆਂ ਧਾਰਨਾ ਹੀ ਠੀਕ ਹੈ ਸਾਨੂੰ, ਲੋਕ ਧਾਰਨਾ ਤੇ ਜ਼ਿਆਦਾ ਖੁਸ਼ ਰਹਿੰਦੇ ਨੇ, ਜਾਂ ਆਮ ਜੇ ਰਾਗੀ ਕੀਰਤਨ ਕਰਨ। ਇਹ ਚੀਜ਼ਾਂ ਸਾਰੀਆਂ ਬੜੀਆਂ ਮਹਿੰਗੀਆਂ ਹਨ। ਜੇ ਹੌਲੀ ਹੌਲੀ ਆਪਾਂ ਇੰਨਾ ਡੂੰਘਾ ਗਿਆਨ ਛੱਡਦੇ ਗਏ ਨਾ, ਤਾਂ ਇੱਕ ਦਿਨ ਆਪਾਂ ਬਿਲਕੁਲ ਹੀ ਅਗਿਆਨ ਵਿੱਚ ਹੀ ਚਲੇ ਜਾਵਾਂਗੇ। ਫਿਰ ਇਹ ਸਾਰੀਆਂ ਚੀਜ਼ਾਂ ਦਾ ਗਿਆਨ ਹੋਣਾ ਬੜਾ ਜ਼ਰੂਰੀ। ਆਓ ਮਹਾਰਾਜ ਗੁਰੂ ਨਾਨਕ ਦੇਵ ਜੀ ਸਿੱਧਾਂ ਨਾਲ ਚਰਚਾ ਕਰਦੇ ਨੇ, ਨਾਲ ਗੁਰਸਿੱਖਾਂ ਨੂੰ ਵੀ ਸਮਝਾਉਂਦੇ ਨੇ ਕਿ ਵਿਧੀ ਪੱਖ ਕਰਕੇ ਜਿਨ ਸੇਵਿਆ ਤਿਨ ਪਾਇਆ ਮਾਨ। ਉਹਨਾਂ ਨੇ ਮੰਨਣ ਗਿਆਨ ਨੂੰ ਪ੍ਰਾਪਤ ਕੀਤਾ। ਸੋ ਮਹਾਰਾਜ ਨੇ ਪਹਿਲਾਂ 3 ਪ੍ਰਮਾਣ ਆਪਾਂ ਨੂੰ ਸੁਣਾਏ ਨੇ, ਪ੍ਰਤੱਖ ਪ੍ਰਮਾਣ, ਅਨੁਮਾਨ ਪ੍ਰਮਾਣ, ਉਪਮਾਨ ਪ੍ਰਮਾਣ। ਇਹ 3 ਪ੍ਰਮਾਣ ਆਪਾਂ ਕੱਲ ਸ਼ਰਵਣ ਕੀਤੇ ਨੇ। ਹੁਣ ਇਸ ਦੇ ਵਿੱਚ ਚੌਥਾ ਪ੍ਰਮਾਣ ਜਿਹੜਾ ਉਹ ਸ਼ਬਦਾਪਤੀ ਪ੍ਰਮਾਣ ਹੈ। ਸ਼ਬਦਾਪਤੀ, ਦੇਖੋ ਸ਼ਬਦ ਨਾਲ ਯਕੀਨ ਆਉਣਾ। ਕਿ ਕੋਈ ਲੜਕਾ ਕਿਸੇ ਦਾ ਮਿਲਟਰੀ 'ਚ ਭਰਤੀ ਹੋਇਆ, ਉਹਦਾ ਦੋਸਤ ਮਿਲਟਰੀ 'ਚੋਂ ਛੁੱਟੀ ਤੋਂ ਆਇਆ ਜਦੋਂ, ਤਾਂ ਉਸੇ ਪਿੰਡ ਵਿੱਚ ਉਹ ਦੂਸਰੇ ਲੜਕੇ ਦਾ ਪਿਤਾ ਵੀ ਰਹਿੰਦਾ, ਪਰਿਵਾਰ ਨੂੰ ਮਿਲਣ ਗਿਆ, ਜਾ ਕੇ ਕਹਿਣ ਤੁਹਾਡਾ ਲੜਕਾ ਸੂਬੇਦਾਰ ਬਣ ਗਿਆ। ਇਹਨੂੰ ਕਹਿੰਦੇ ਨੇ ਸ਼ਬਦਾਪਤੀ ਪ੍ਰਮਾਣ। ਘਰਦਿਆਂ ਨੂੰ ਸੁਣ ਕੇ ਹੀ ਯਕੀਨ ਆ ਗਿਆ, ਸੁਣਨ ਵਾਲੀ ਸ਼ਬਦ ਸੁਣਨ ਵਾਲੀ ਯਕੀਨ ਆ ਗਿਆ ਵੀ ਸਾਡਾ ਲੜਕਾ ਸੂਬੇਦਾਰ ਬਣ ਗਿਆ। ਔਰ ਉਹਨਾਂ ਨੇ ਉਸੇ ਖੁਸ਼ੀ ਵਿੱਚ ਮਠਿਆਈ ਵੰਡੀ, ਅਖੰਡ ਪਾਠ ਕਰਾਇਆ। ਕੋਈ ਪੁੱਛੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਤੁਹਾਡਾ ਲੜਕਾ ਸੂਬੇਦਾਰ ਬਣ ਗਿਆ? ਕਹਿੰਦੇ ਉਹ ਫਲਾਣੇ ਬੰਦੇ ਨੇ ਆ ਕੇ ਕਿਹਾ। ਕਹਿੰਦੇ ਉਹਦੇ ਕਿਵੇਂ ਯਕੀਨ ਕਰ ਲਿਆ? ਕਹਿੰਦੇ ਉਹਦੀ ਪਲਟਣ ਵਿੱਚ ਹੈ, ਇਸ ਕਰਕੇ ਹੈ। ਇਹਨੂੰ ਸ਼ਬਦਾਪਤੀ ਪ੍ਰਮਾਣ ਕਹਿੰਦੇ ਨੇ। ਜੇ ਕੋਈ ਹੋਰ ਬੰਦਾ ਆ ਕੇ ਕਹੇ, ਪਿੰਡ ਦਾ ਜਾਂ ਆਸੇ ਪਾਸਿਓਂ ਕਹੇ, ਉਹਦੇ ਤੇ ਯਕੀਨ ਨਹੀਂ ਕਰ ਸਕਦਾ। ਇਸੇ ਪ੍ਰਕਾਰ ਜਦੋਂ ਸਤਿਗੁਰੂ ਜੀ ਕੋਈ ਸ਼ਬਦ ਕਹਿੰਦੇ ਨੇ ਬ੍ਰਹਮ ਦੇ ਬਾਰੇ, ਤਾਂ ਉਦੋਂ ਆਪਾਂ ਨੂੰ ਯਕੀਨ ਹੋ ਜਾਂਦਾ। ਜਦੋਂ ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ ਕਿ ਉਹ ਵਾਹਿਗੁਰੂ ਸਰਬ ਵਿਆਪਕ ਹੈ, ਉਹ ਪਰਿਪੂਰਨ ਹੈ, ਗगन में थाल रव चंद दीपक बने तारका मंडल जनक मोती धूप मल आन लो पवन चवरो करे। ये सारे सतगुरु महाराज के शब्द प्रमाण ने। शब्द करके यकीन का आना, ये विधि पक्ष वाले ने शब्द राही यकीन नूं जाणिया। सो इस प्रकार ये शब्द राही आपां नूं गुरबाणी राही भरोसा पैंदा कि अकाल पुरख है। देखिया तो नहीं है किसी ने, पर है। सतगुरु के शब्द राही आपां नूं यकीन आउंदा। पंजवां प्रमाण जिहड़ा हैगा वो हैगा अर्थापति प्रमाण।
चीज़ का अर्थ कढ़ लेना। अर्थापति प्रमाण इस प्रकार हुंदा है, जिवें कोई बंदा दिन वेले भोजन नहीं करता, वो लोगों नूं कहंदा मैं तो रोटी छड्डी हुई है, पर रात नूं चोरी छिपे रोटी खांदा, चंगियां चीज़ां खांदा, ते फिर वो दिनों दिन भारा भी हुंदा जांदा। लोग अंदाजा लाउंदे ने भी ये बंदा वैसे तो सानूं कहंदा मैं खांदा कुछ नहीं, पर ये भारा हुंदा जांदा, जां शरीर इहदा मोटा, रोटी छड्ड के तो बंदा पतला हो जांदा। इस करके जरूर ये लोके चीज़ खांदा होना। जिवें हजूर साहब बाबा गुरबचन सिंह जी खालसा गए तां उत्थे कहंदे जी एक इत्थे बाबा जी आए ने, बड़ी देर दे इत्थे झोंपड़ी 'च रहिंदे ने, कुछ नहीं खांदे, वो पाउणहारी ने। अंतरजामता सी, महापुरुषां नूं कहंदे चलो आपां चल के देखीए। जदों उहदे कोल गए, बड़ी दुनिया, इन्नी लाइनां लगियां लोकां दीयां, बई बाबा जी दे दर्शन करने, कुछ खांदे नहीं। महापुरुषां ने उहदा जिहड़ा चेला सी उहनूं बुला के कहंदे महापुरुष खांदे नहीं कुछ? कहना नहीं खांदे नहीं। कोई कहंदे कुछ तां खांदे होणे, बस जी आ वैसे एक 2-3 किलो दुध, 4 किलो वध तो उबाल ना रख दईदा, उह 'च पाईया गिरियां बदाम दीयां, पाईया सौगी, पाईया काजू ते दूजा तीजा करके पा के उबालते रहीदा। उबालते या एक गिलास रह जाता ना कड़े वाला, ये 24 घंटे 'च एक गिलास पींदे आ। महापुरुष कहने भी इहनूं रोटी की लोड़ है। इस करके संसार नूं धोखा देना ते दुनिया नूं पता लग ही जाता। इस प्रकार जे कोई कहे परमेश्वर है ही नहीं, भगत कबीर जी ने उन्होंने एक पिंड का ही रहने वाला बंदा सी, कहना रब रुब कोई नहीं है, एवें लोग मारदे गल्लां, तुसीं भी एवें मारदे। भगत कबीर जी कहन लगे, ओए जो दिसै अंबर तारे, किन ओए चीते चीतन हारे। कहने वो गल सुन, तू कहना परमेश्वर है नहीं, आ जिहड़े असमान विच तारे लगे हुए ने, ये किने लाए ने? इन्ने तारे ने, आसमान है एडा वड्डा, हिमालय पर्वत है, समुंदर है, धरती है, होर धरतियां ने, सूरज है, चंद्रमा है, एडी वड्डी सृष्टि है, 84 लाख जून है, वो ये किने बनातियां? ਇਹਦਾ मतलब रब है ही नहीं। अंदाजे तो पता लगता है कि आ ਜਿਹੜੇ लोग तुरे फिरते ने, बैठते उठते ने, खाते पींदे ने, चेतन सत्ता काम करती है। पशु पंछी उड़े फिरते ने, सब पशु तुरे फिरते ने, पंछी उड़े फिरते ने। आ ਜਿਹੜੇ खेती किवें हो जाती है, अपने आप ही दरख्तां नूं फल लग जाते हैं, अपने आप ही हरेक चीज़ वधदी है। ये कित्थों वध जाती है? बदल कित्थों आ जाते, अपने आप बरसात कर देंदे ने। ਇਹਦਾ मतलब कि वो परमेश्वर है, ना ਹੁੰਦਿਆਂ ਹੋਇਆਂ भी, ना दिखदियां ਹੋਇਆਂ भी, ਉਹਨੂੰ ਆਪਾਂ ਕੁਦਰਤ ਦੁਆਰਾ ਦੇਖਦੇ ਆਂ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਗੁਰੂ ਨਾਨਕ ਦੇਵ ਮਹਾਰਾਜ ਨੂੰ ਮਘਾਲਿਆ ਵਾਲੀ ਸਾਈਡ ਤੇ ਜਦੋਂ ਮਹਾਰਾਜ ਗਏ, ਇੱਕ ਉਧਰ ਜ਼ਿਮੀਂਦਾਰ ਕਹਿਣ ਲੱਗਿਆ, ਤੁਸੀਂ ਕਹਿੰਦੇ ਹੋ ਕਿ ਕਰਤਾਰ ਕਰਦਾ ਸਾਰਾ ਕੁਝ, ਉਹਦੀ ਕੁਦਰਤ ਕਰਦੀ ਹੈ, किरपा करके करतार दिखाओ। महाराज कहने करतार तो सर्वव्यापक है, देख ला सर्वव्यापक दिख रहा वो तो। फिर वो कुदरत की चीज़ हुई, कहने कुदरत भी दिखा दें। कहने कणक पैदा नहीं होंगी साडे इलाके में, असल गल ये कणक नहीं सी होंदी उत्थे। उत्थों का राजा कहता सी मैं मंत्र पढ़ के बरसात कराऊंगा, फिर कणक होगी। गुरु नानक देव जी महाराज कहने लगे तेरे घरे कणक दे कुछ दाने पए ने? कहने हाँ महाराज कुछ के पए ने। कहने जा लेके आ। जो कणक के दाने घरों लिया रहा, लोग कहने वो जेड़े 4 दाने पए भी खराब कर लेगा, साधु संतां ने की करना है। पर वो बंदा महाराज की आखे ला के लै गया। गुरु नानक देव जी कहने जा अपने खेत में छिट्टा दे दें, दाणियां का छिट्टा देता। कहने हुण सवेरे आ जी। जो सवेरे आया तो कणक खेत दे विच लह लह करदी खड़ी है। तुसीं भी हैरान होवोगे, शाम नूं बीज बीजिया, सवेर तक कणक उग गई। ये तो शाम तो सवेर तक 12-14 घंटे का समय। परमेश्वर तो सृष्टि नूं एक छिन विच रचदा, ये हैरानगी की किहड़ी गल आ? परमेश्वर ने आप कह के कणक बिजवाई है, तो उहनूं की औखा है, भावें उस टाइम सामने ही कर दिंदा उहदे। जदों आके जिमींदार ने कहा कमाल है, रात बीजी है तो सवेरे उग भी गई कणक। कहने महाराज कहने इसे नूं कुदरत कहंदे आ। कहने महाराज होर दिखाओ। सतगुरु कहने कणक का बूटा पट के लिया, तो बूटा पट्टन लग्या, बूटे थले अग बलदी है, उत्थे ही बूटा छड्ड के दौड़िया।
महाराज बूटियां थले तो अग बल रही है, महाराज कहते इसे नूं कुदरत कहंदे आ। इस करके वो कुदरत करके वसिया सोए, कुदरत करके अकाल पुरख नूं आपां जाणदे आ, ਉਹਦੀਆਂ ਨਿਸ਼ਾਨੀਆਂ ਆਪਾਂ ਨੂੰ ਸਾਹਮਣੇ ਆ ਜਾਂਦੀਆਂ ਨੇ। ਇਉਂ ਅਰਥਾਪਤੀ ਪ੍ਰਮਾਣ ਦੁਆਰਾ ਅਕਾਲ ਪੁਰਖ ਨੂੰ ਮੰਨਣ ਕਰਨ ਵਾਲੇ ਮੰਨਦੇ ਨੇ। ਇੱਕ ਛੇਵਾਂ ਪ੍ਰਮਾਣ ਹੁੰਦਾ ਅਈ ਤੇਜਕ ਪ੍ਰਮਾਣ ਜਾਂ ਅਨ ਉਪਲਬਧੀ ਪ੍ਰਮਾਣ ਵੀ ਕਹਿੰਦੇ ਨੇ ਇਹਨੂੰ। ਇਹ ਜਿਹੜਾ ਪ੍ਰਮਾਣ ਹੈ ਇਸ ਤਰ੍ਹਾਂ ਹੁੰਦਾ ਜਿਵੇਂ ਵੇਦਾਂ ਸ਼ਾਸਤਰਾਂ ਵਿੱਚ ਕਿਸੇ ਧਾਰਮਿਕ ਗ੍ਰੰਥ ਵਿੱਚ ਕਿਤੇ ਕੁਝ ਨਹੀਂ ਲਿਖਿਆ ਹੋਇਆ ਕਿਸੇ ਚੀਜ਼ ਬਾਰੇ, ਪਰ ਇੱਕ ਗੱਲ ਆਮ ਲੋਕਾਂ ਵਿੱਚ ਪ੍ਰਚਲਿਤ ਹੁੰਦੀ ਹੈ। ਸ਼ਹਿਰਾਂ ਵਿੱਚ ਤਾਂ ਇਹ ਗੱਲ ਘੱਟ, ਆਮ ਪਿੰਡਾਂ 'ਚ ਇਹ ਗੱਲਾਂ ਹੁੰਦੀਆਂ। ਪੁਰਾਣਾ ਕੋਈ ਦਰਖਤ ਖੜਾ ਹੈ, ਬੋਹੜ ਦਾ, ਪਿੱਪਲ ਦਾ, 5-4 ਦਰਖਤ ਖੜੇ, ਪਿੰਡਾਂ ਦੇ ਲੋਕ ਕਹਿਣਗੇ ਉਧਰ ਨਾ ਜਾਇਓ, ਉੱਥੇ ਭੂਤ ਪ੍ਰੇਤ ਰਹਿੰਦਾ। ਦੂਜਾ, ਤੀਜਾ, ਚੌਥਾ ਲੋਕ ਜਾਣ ਵੀ ਹਟ ਜਾਂਦੇ ਉੱਥੇ। ਇਉਂ ਦੇਖਾ ਦੇਖੀ ਸਾਰੇ ਕਹੀ ਜਾਂਦੇ ਨੇ, ਲਿਖਿਆ ਕਿਤੇ ਵੀ ਨਹੀਂ ਹੈ, ਨਾ ਹੀ ਕਿਸੇ ਨੂੰ ਪਤਾ ਹੈ। तो इस तरह का एक प्रमाण हुंदा, इहनूं अई तेजक प्रमाण कहंदे ने। इउं ही महाराज कहंदे सारे ही कहंदे ने, चार पुकार है ना तू मन है। चारे वेद पुकार के कहंदे रब है, फिर भी नहीं बंदा मानदा। वो जब चार वेद कहंदे ने फिर भी नहीं मानदा। खट भी एका बात बखाना है, 6 शास्त्र भी उही गल कहंदे रब है, वो रब हैगा भाई, फिर भी यकीन नहीं आया। 10 अष्टी मिल एको कहया, 10 ते 8 18 पुराण भी कहते रब हैगा। तां भी जोगी भेद न लहिया, तां भी इसने भेद नहीं पाया। तां भी जोगी तू भेद नहीं जाने, तां भी तू बंदिया भेद नहीं जाने। जे तैनूं सुते सिद्ध कोई कह दे ना भी इत्थे भूत रहिंदा, वो ते यकीन कर लैंदा बंदा, इत्थे बई बड़ा डर वाली गल आ। लेकिन माड़ी जी तुसीं किसी नूं कह दो ना भी आ मकान में तो बड़ा खतरा, उत्थे मान लेंदे। जे कहो भी रब इत्थे आ फिर नहीं मनदा। महाराज सच्चे पातशाह कहने आई तेजक प्रमाण वालियां ने परमात्मा नूं वेदां शास्त्रां करके, गुरबाणी करके, बाणी करके, श्रवण करके ही निश्चय कर लिया। वो सुनन नाल ही निश्चय कर लैंदे ने। ये तां विधि पक्ष द्वारा जिहड़े लोग मनदे ने। हुण एक इन्हां दा खंडन करी जांदे ने, विधि पक्ष वालियां दा खंडन करदे निखेध पक्ष वाले। हुण वो पहले प्रमाण तो ही फेर लैंदे ने इसनूं। जिवें आपां पहला प्रमाण दिता प्रतੱਖ प्रमाण। प्रतੱਖ प्रमाण विच आपां दस्सिआ किवें परमेश्वर नूं जाणदे ने। ਜਿਹੜੇ ਨਿਖੇਧ ਪੱਖ ਵਾਲੇ ਨੇ ਉਹ ਕਹਿੰਦੇ ਪ੍ਰਤੱਖ ਪ੍ਰਮਾਣ ਦੁਆਰਾ ਪਰਮੇਸ਼ਰ ਨੂੰ ਦੇਖਿਆ ਹੀ ਨਹੀਂ ਜਾ ਸਕਦਾ। ਕਿਵੇਂ? ਕਿਉਂਕਿ ਜਿਹੜੀਆਂ ਇੰਦਰੀਆਂ ਨੇ ਸਾਡੀਆਂ, ਇਹਨਾਂ 'ਚ ਅੱਖਾਂ ਜਿਹੜੀਆਂ ਨੇ, ਅੱਖਾਂ ਦਾ ਅਵਿਸ਼ੇ ਹੈ ਪਰਮਾਤਮਾ। ਅੱਖਾਂ ਦਾ ਵਿਸ਼ਾ ਤਾਂ ਹੈ ਸੰਸਾਰ, ਦੁਨੀਆ, ਪਦਾਰਥ, ਪਰ ਅੱਖਾਂ ਦਾ ਅਵਿਸ਼ਾ ਹੈ ਪਰਮਾਤਮਾ। ਅੱਖਾਂ ਨਾਲ ਨਜ਼ਰ ਨਹੀਂ ਆਉਂਦਾ। ਅੱਖਾਂ ਨਾਲ ਧੂਆਂ ਦੇਖ ਕੇ ਤਾਂ ਅੱਗ ਦਾ ਅਨੁਮਾਨ ਲਾਇਆ ਜਾ ਸਕਦਾ ਹੈ, पर जेड़ा ब्रह्म अकाल पुरख निराकार है, सर्व व्यापक है, उस अकाल पुरख का अनुमान इन्हां अखां नाल किवें ला सकते हैं आपां? ये अखां तां स्थूल चीज़ नूं देख सकदियां ने, सूक्ष्म चीज़ नूं ये अखां नहीं देख सकदियां। इस करके ओह कहंदे ने कि ये जिहड़ा प्रमाण है इहनूं निखेध करदे हैं, निषेध करदे हैं, इउं नहीं वो जाणिया जा सकदा। फिर कहने दूसरा प्रमाण जिहड़ा अनुमान प्रमाण, अनुमान लगाया जा सकता है उस अकाल पुरख वाहिगुरू का।